ਸਾਡਾ ਸੂਬਾ 1947 ਦੇ ਵਿੱਚ ਪੂਰਾ ਪੰਜਾਬ ਟੁੱਟ ਨਹੀਂ ਸੀ ਸਕਦਾ ਜਿੰਨਾ ਜੇ ਨਹਿਰੂ, ਗਾਂਧੀ ਤੇ ਪਟੇਲ ਮਾਊਂਟ ਬੈਟਨ ਨੂੰ ਇਜਾਜ਼ਤ ਨਾ ਦਿੰਦੇ ਕਿ ਪੰਜਾਬ ਦੇ ਦੋ ਹਿੱਸੇ ਕੀਤੇ ਜਾਣ। ਹੁਣੇ ਮੋਦੀ ਸਾਹਿਬ ਨੇ ਨਵੀਂ ਕੈਬਨਿਟ ਪੈਦਾ ਕੀਤੀ ਹੈ, ਪਰ ਉਹਨਾਂ ਦੇ ਵਿੱਚ ਇੱਕ ਵੀ ਸਿੱਖ ਕੈਬਨਿਟ ਦੇ ਵਿੱਚ ਨਹੀਂ ਹੈਗਾ। ਸੋ ਮੇਰਾ ਮਤਲਬ ਹੈ ਸਾਨੂੰ ਬਿਲਕੁਲ ਇੱਧਰ ਉੱਧਰ ਕੀਤਾ ਗਿਆ ਹੈ। ਤੁਸੀਂ ਕਹਿੰਦੇ ਹੋ ਪ੍ਰੈਜ਼ੀਡੈਂਟ ਜ਼ੈਲ ਸਿੰਘ ਜੀ ਹੋਏ ਹੈ, ਠੀਕ ਹੈ ਹੋਏ ਹੈ, ਪਰ ਬਲੂ ਸਟਾਰ ਕਰਨ ਦੇ ਲਈ ਦਸਤਖਤ ਤਾਂ ਗਿਆਨੀ ਜ਼ੈਲ ਸਿੰਘ ਤੋਂ ਕਰਾਏ ਗਏ ਨਾ। ਹੁਣ ਮੈਡਮ ਗੱਲ ਇਹ ਹੈ ਕਿ ਇਹ ਹਿੰਦੂ ਸਟੇਟ ਹੈ, ਜੇ ਸਿੱਖ ਕੋਈ ਵੀ ਪਦਵੀ 'ਤੇ ਹੋਊਗਾ ਉਸ ਨੂੰ ਹਿੰਦੂ ਸਟੇਟ ਦੀ ਪਾਲਿਸੀ ਨੂੰ ਲਾਗੂ ਕਰਨਾ ਹੋਊਗਾ। ਪੰਜਾਬ ਨੂੰ ਵੱਖ ਮੰਗਦੇ ਹੋ, ਖਾਲਿਸਤਾਨ ਮੰਗਦੇ ਹੋ, ਇੱਥੇ ਹੋਰ ਵੀ ਕਮਿਊਨਿਟੀਜ਼ ਰਹਿੰਦੀਆਂ, ਸਿਰਫ ਸਿੱਖ ਨਹੀਂ ਰਹਿੰਦੇ। ਤਾਂ ਜੇ ਫਰਜ਼ ਕਰੋ ਜੇ ਤੁਹਾਡੀ ਇਹ ਮੰਗ ਪੂਰੀ ਹੁੰਦੀ ਹੈ ਤਾਂ ਬਾਕੀ ਕਮਿਊਨਿਟੀਜ਼ ਦਾ ਕੀ ਬਣੂਗਾ? ਇੰਡੀਆ ਦੇ ਵਿੱਚ ਕਸ਼ਮੀਰ ਨੂੰ ਉਲਟ ਪੁਲਟ ਕਰਤਾ, ਉੱਥੇ ਸਾਰੇ ਹਿੰਦੂ ਹੈਗੇ ਆ। ਛੱਤੀਸਗੜ੍ਹ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਉੱਥੇ ਆਦਿਵਾਸੀ ਹੈਗੇ ਆ, ਉੱਥੇ ਹਿੰਦੂ ਨਹੀਂ ਹੈ। ਤੇ ਜਿਹੜਾ ਉੱਪਰਲਾ ਹਿੱਸਾ ਹੈ ਉੱਥੇ ਗੋਰਖੇ ਹੈਗੇ ਆ, ਦਾਰਜਲਿੰਗ ਦੇ ਉੱਤੇ ਸਾਰੇ ਪਾਸੇ ਹਿੰਦੂ ਨਹੀਂ ਹੈ। ਜੇ ਹਿੰਦੂ ਦੂਜਿਆਂ ਦੇ ਉੱਤੇ ਅੱਜ ਰਾਜ ਕਰ ਰਿਹਾ ਹੈ ਤੇ ਮੇਰਾ ਮਤਲਬ ਅਸੀਂ ਪੰਜਾਬੀਆਂ ਨੂੰ ਇਕੱਠਾ ਕਰਕੇ ਕਿਉਂ ਨਹੀਂ ਕਰ ਸਕਦੇ? ਜੇ ਹਿੰਦੂ ਅੱਜ ਸਾਰਿਆਂ ਦੇ ਉੱਤੇ ਰਾਜ ਕਰ ਰਿਹਾ ਹੈ, ਮੁਸਲਮਾਨਾਂ ਦੇ ਉੱਤੇ ਕਰ ਰਿਹਾ ਹੈ, ਸਿੱਖਾਂ ਦੇ ਉੱਤੇ ਕਰ ਰਿਹਾ ਹੈ, ਉਹ ਜਿਹੜੇ ਵਿਨਾਇਤ ਹੈ ਉਹਨਾਂ ਦੇ ਉੱਤੇ ਕਰ ਰਿਹਾ ਹੈ, ਸਾਰਿਆਂ 'ਤੇ ਕਰ ਰਿਹਾ ਹੈ, ਤੇ ਸਿੱਖ ਕਿਉਂ ਨਹੀਂ ਕਰ ਸਕਦੇ ਫਿਰ ਅਸੀਂ? ਕਿ ਮੋਦੀ, ਬੀਜੇਪੀ ਤੇ RSS ਇੱਕ ਡਿਕਟੇਟੋਰੀਅਲ ਸਟੇਟ ਜਿਵੇਂ ਹਿਟਲਰ ਨੇ ਪੈਦਾ ਕੀਤੀ ਸੀ, ਸਟੈਲਿਨ ਨੇ ਸੋਵੀਅਤ ਯੂਨੀਅਨ ਕੀਤਾ ਸੀ, ਇਸ ਤਰ੍ਹਾਂ ਇੰਡੀਆ ਜਾ ਰਿਹਾ ਹੈ ਟੁਵਰਡਸ ਡਿਕਟੇਟਰਸ਼ਿਪ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ TV ਤੇ ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ। ਬਠਿੰਡਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਪਹੁੰਚੀ ਤੇ ਸਾਡੇ ਨਾਲ ਪਾਰਟੀ ਮੁਖੀ ਨੇ ਸਿਮਰਨਜੀਤ ਸਿੰਘ ਮਾਨ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਵੱਲੋਂ ਹਮੇਸ਼ਾ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ ਸਾਡੇ ਸੂਬੇ ਦੇ ਵਿੱਚ, ਤੇ ਗੱਲਬਾਤ ਸਰ ਦੇ ਨਾਲ ਕਰਦੇ ਹਾਂ। ਅੱਜ ਬਰਗਾੜੀ ਕਾਂਡ ਦੇ ਉੱਪਰ ਵੀ ਇਹਨਾਂ ਦੇ ਵੱਲੋਂ ਕਾਨਫਰੰਸ ਕੀਤੀ ਗਈ ਹੈ ਤੇ ਗੱਲਬਾਤ ਸਰ ਦੇ ਨਾਲ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਡਮ, ਤੁਹਾਡੇ ਵੱਲੋਂ ਹਮੇਸ਼ਾ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ, ਕੀ ਤੁਹਾਨੂੰ ਲੱਗਦਾ ਤੁਹਾਡੀ ਮੰਗ ਇਹ ਜਾਇਜ਼ ਹੈ? ਇਹ ਬਿਲਕੁਲ ਜਾਇਜ਼ ਹੈ, ਕਿਉਂ ਕਰਕੇ ਸਾਨੂੰ ਸਿੱਖ ਨੂੰ 1947 ਤੋਂ ਬਾਅਦ ਇਨਸਾਫ, ਹਿੰਦੂਤਵਾ, ਹਿੰਦੂ ਰਾਸ਼ਟਰ ਨੇ ਨਹੀਂ ਦਿੱਤਾ। ਸਾਡਾ ਸੂਬਾ 1947 ਦੇ ਵਿੱਚ ਪੂਰਾ ਪੰਜਾਬ ਟੁੱਟ ਨਹੀਂ ਸੀ ਸਕਦਾ ਜਿੰਨਾ ਜੇ ਨਹਿਰੂ, ਗਾਂਧੀ ਤੇ ਪਟੇਲ ਮਾਊਂਟ ਬੈਟਨ ਨੂੰ ਇਜਾਜ਼ਤ ਨਾ ਦਿੰਦੇ ਕਿ ਪੰਜਾਬ ਦੇ ਦੋ ਹਿੱਸੇ ਕੀਤੇ ਜਾਣ। ਇਸ ਤੋਂ ਬਾਅਦ ਪੰਜਾਬੀ ਸੂਬਾ ਜਦੋਂ 1966 ਦੇ ਵਿੱਚ ਸਾਨੂੰ ਦਿੱਤਾ, ਉਹ ਲੂਲਾ ਜਿਹਾ ਦੇਤਾ। ਸਾਡੇ ਸਾਰੇ ਪੰਜਾਬੀ ਬੋਲਦੇ ਇਲਾਕੇ ਹਿਮਾਚਲ 'ਚ ਕੱਢਤੇ ਅਤੇ ਹਰਿਆਣੇ 'ਚ ਕੱਢਤੇ ਅਤੇ ਰਾਜਸਥਾਨ ਦੇ ਵਿੱਚ ਕੱਢਤੇ। ਅਤੇ ਬਲੂ ਸਟਾਰ ਜਿਹੜਾ ਕੀਤਾ, ਜਿੱਥੇ ਇੰਡੀਆ ਦੀ ਫੌਜ ਨੇ ਸੋਵੀਅਟ ਅਤੇ ਬਰਤਾਨੀਆ ਦੀ ਫੌਜ ਦੇ ਨਾਲ ਮਿਲਟਰੀ ਹਮਲਾ ਇੱਕ ਸਟੇਟਲੈਸ ਸਿੱਖਸ ਦੇ ਉੱਤੇ ਕਰਤਾ, ਉਹਦਾ ਵੀ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਜਿਹੜੀ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਸਾਡਾ ਤੋਸ਼ਾਖਾਨਾ, ਸਾਡੀ ਟਰੇਜਰੀ, ਇਹ ਫੌਜਾਂ ਲੁੱਟ ਕੇ ਲੈ ਗਈਆਂ। ਇਹਦਾ ਬਹੁਤ ਜ਼ਿਆਦਾ ਇਹ ਅਸਰ ਪਊਗਾ, ਕਿਉਂ ਕਰਕੇ ਉਹਨਾਂ ਨੇ ਜਿੱਥੇ ਜੈਨੋਸਾਈਡ ਕਮਿਟ ਕੀਤੀ ਹੈ, ਵੈਂਡਲਿਜ਼ਮ ਕਮਿਟ ਕੀਤਾ ਹੈ, ਉਹਨਾਂ ਨੇ ਮੈਮਰੋਸਾਈਡ ਵੀ ਕਮਿਟ ਕਰਤੀ ਹੈ ਕਿ ਸਾਡੀ ਜਿਹੜੀ ਮੈਮਰੀ ਯਾਦਾਸ਼ਤ ਹੈ ਲਾਇਬ੍ਰੇਰੀਆਂ ਦੇ ਵਿੱਚ ਪਈ ਹੈ, ਉਹ ਵੀ ਇੰਡੀਆ ਨੇ ਖ਼ਤਮ ਕਰਤੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਮੁਲਕ ਅਲੱਗਾ ਹੋਵੇ, ਜਿਵੇਂ ਹਿੰਦੂ ਦਾ ਹੈ, ਜਿਵੇਂ ਮੁਸਲਮਾਨ ਦਾ ਹੈ, ਅਤੇ ਇਹ ਬਫਰ ਸਟੇਟ ਬਿਟਵੀਨ 3 ਨਿਊਕਲੀਅਰ ਪਾਵਰਸ ਹੋਊਗੀ। ਇਸਲਾਮਿਕ ਪਾਕਿਸਤਾਨ ਦੇ ਕੋਲੇ ਨਿਊਕਲੀਅਰ ਵੈਪਨਸ ਨੇ, ਹਿੰਦੂ ਇੰਡੀਆ ਦੇ ਕੋਲੇ ਪਰਮਾਣੂ ਹਥਿਆਰ ਨੇ, ਕਾਮਰੇਡ ਚੀਨ ਦੇ ਕੋਲੇ, ਕਾਮਰੇਡ ਉਹਨਾਂ ਦੇ ਕੋਲੇ ਹਥਿਆਰ ਪਰਮਾਣੂ ਹੈਗੇ ਆ। ਇਹ ਤਿੰਨਾਂ ਦਾ ਇੱਟ ਕੁੱਤੇ ਦਾ ਵੈਰ ਹੈ। ਜੇ ਇਹ ਖੜਕ ਪਏ
ਤਾਂ ਜਿਹੜੀ ਧਰਤੀ ਮੈਦਾਨੇ ਜੰਗ ਸਾਡਾ ਪੰਜਾਬ ਤੇ ਪੰਜਾਬੀ ਵਸੋਂ ਇਲਾਕੇ ਬਣ ਜਾਣਗੇ ਤੇ ਸਾਡੀ ਜਿਹੜੀ ਮਨੁੱਖਤਾ ਹੈ, ਸਿੱਖਾਂ ਦੀ, ਮੁਸਲਮਾਨਾਂ ਦੀ, ਹਿੰਦੂਆਂ ਦੀ, ਇਹ ਤਬਾਹ ਹੋ ਜੂਗੀ। ਜੇ ਇੱਕ ਬਫਰ ਸਟੇਟ ਇਹਨਾਂ ਦੇ ਵਿੱਚ ਬਣ ਜਾਵੇ ਸਿੱਖਾਂ ਦੀ, ਫਿਰ ਇਹ ਜਿਹੜਾ ਇਹ ਖਤਰਾ ਹੈ ਨਿਊਕਲੀਅਰ ਵਾਰ ਦਾ, ਇਹ ਬਿਲਕੁਲ ਖਤਮ ਹੋ ਜੂਗਾ ਤੇ ਸਿੱਖ ਵੀ ਆਪਣੀ ਮਜਾਜ ਦੇ ਨਾਲ, ਆਪਣੀ ਰਸਮ ਦੇ ਨਾਲ, ਆਪਣੇ ਜਿਹੜਾ ਸਾਡੀ ਥਿਊਰੀ ਹੈ ਉਹਦੇ ਮੁਤਾਬਕ ਅਸੀਂ ਵਸਾਂਗੇ ਤੇ ਖੁਸ਼ ਰਹਾਂਗੇ। ਜਿੱਦਾਂ ਕਿਸੇ ਤੁਸੀਂ ਐਕਸ ਆਈਪੀਐਸ ਆਫੀਸਰ ਹੋ ਤਾਂ ਟ੍ਰੇਨਿੰਗ ਦੇ ਦੌਰਾਨ ਤੁਹਾਨੂੰ ਇਹ ਵੀ ਦੱਸਿਆ ਜਾਂਦਾ ਹੋਣਾ ਕਿ ਦੇਸ਼ ਨੂੰ ਇਕਜੁੱਟ ਰੱਖਣਾ ਹੈ, ਤਾਂ ਇਹ ਗੱਲ ਤਾਂ ਦੇਸ਼ ਨੂੰ ਵੱਖ ਕਰਨ ਦੀ ਹੈ, ਉਹਨੂੰ ਖੰਡਨ ਕਰਨ ਦੀ ਹੈ। ਤੁਹਾਨੂੰ ਕਿਉਂ ਲੱਗਦਾ ਹੈ ਕਿ ਸਿੱਖਾਂ ਨੂੰ ਉਹ ਪਛਾਣ ਨਹੀਂ ਮਿਲਦੀ? ਕਿਉਂਕਿ ਸਾਡੇ ਦੇਸ਼ ਦੀ ਲੀਡਰਸ਼ਿਪ ਦੇ ਵਿੱਚ ਗਿਆਨੀ ਜੈਲ ਸਿੰਘ ਵਰਗੇ ਪ੍ਰੈਜ਼ੀਡੈਂਟ ਵੀ ਰਹੇ ਨੇ, ਮਨਮੋਹਨ ਸਿੰਘ ਵਰਗੇ ਉਹ ਵੀ ਸਿੱਖ ਹਨ, ਉਹ ਵੀ ਪ੍ਰਾਈਮ ਮਿਨਿਸਟਰ ਰਹੇ, ਤਾਂ ਕਿੱਥੇ ਤੁਹਾਨੂੰ ਲੱਗਦਾ ਵੀ ਜਿਹੜੇ ਸਿੱਖ ਆ ਉਹਨਾਂ ਨੂੰ ਉਹਨਾਂ ਦੀ ਪੋਜੀਸ਼ਨ ਨਹੀਂ ਮਿਲਦੀ ਹੈ? ਦੇਖੋ, ਜਿੱਥੇ ਤੱਕ ਤਾਂ ਆਈਪੀਐਸ ਦਾ ਸਵਾਲ ਹੈ, ਉੱਥੋਂ ਮੈਂ ਰਿਜ਼ਾਈਨ ਕਰਤਾ ਸੀ ਕਿਉਂਕਿ ਹਾਂ। ਤੇ ਫਿਰ ਦੂਜੀ ਗੱਲ ਹੈ, ਤੁਸੀਂ ਕਹਿੰਦੇ ਹੋ ਪ੍ਰੈਜ਼ੀਡੈਂਟ ਜ਼ੈਲ ਸਿੰਘ ਜੀ ਹੋਏ ਹੈ, ਠੀਕ ਹੈ ਹੋਏ ਹੈ, ਪਰ ਬਲੂ ਸਟਾਰ ਕਰਨ ਦੇ ਲਈ ਦਸਤਖਤ ਤਾਂ ਗਿਆਨੀ ਜ਼ੈਲ ਸਿੰਘ ਤੋਂ ਕਰਾਏ ਗਏ ਨਾ। ਤੇ ਮਨਮੋਹਨ ਸਿੰਘ ਜੀ ਨੂੰ ਕਿਹਾ ਗਿਆ ਕਈ ਵਾਰੀ ਕਿ ਫਰਾਂਸ ਦੇ ਵਿੱਚ ਸਾਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਨਹੀਂ ਹੈ ਤੇ ਤੁਸੀਂ ਫਰਾਂਸ ਤੋਂ ਬਹੁਤ ਵੱਡਾ ਅਸਲਾ ਖਰੀਦਦੇ ਹੋ, ਸਬਮਰੀਨਸ, ਪਣਡੁੱਬੀਆਂ ਖਰੀਦਦੇ ਹੋ, ਕਿ ਤੁਸੀਂ ਉੱਥੇ ਸਾਡਾ ਜਿਹੜਾ ਇਹ ਸੰਬੰਧ ਹੈ ਸਾਫੇ ਦੇ ਨਾਲ ਉਹ ਤਾਂ ਕਰਾ ਦਿਓ। ਉਹ ਵੀ ਨਹੀਂ ਕਰ ਸਕੇ। ਹੁਣ ਮੈਡਮ ਗੱਲ ਇਹ ਹੈ ਕਿ ਇਹ ਹਿੰਦੂ ਸਟੇਟ ਹੈ, ਜੇ ਸਿੱਖ ਕੋਈ ਵੀ ਪਦਵੀ 'ਤੇ ਹੋਊਗਾ ਉਸ ਨੂੰ ਹਿੰਦੂ ਸਟੇਟ ਦੀ ਪਾਲਿਸੀ ਨੂੰ ਲਾਗੂ ਕਰਨਾ ਹੋਊਗਾ ਤੇ ਅਸੀਂ ਲਾਗੂ ਕਰਨ ਵਾਲੇ ਹੈ, ਅਸੀਂ ਪਾਲਿਸੀ ਬਣਾਉਣ ਵਾਲੇ ਨਹੀਂ ਹੈ। ਇਸ ਕਰਕੇ ਜੇ ਸਾਡਾ ਸਿੱਖ ਰਾਜ ਹੋਊਗਾ, ਪਾਲਿਸੀ ਅਸੀਂ ਬਣਾਵਾਂਗੇ ਤੇ ਐਕਸੀਕਿਊਟ ਬੇਸ਼ੱਕ ਹਿੰਦੂ ਚੀਫ ਮਿਨਿਸਟਰ ਹੋਵੇ, ਚੀਫ ਸੈਕਟਰੀ ਹੋਵੇ, ਮੁਸਲਮਾਨ ਹੋਵੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜਾ ਸਾਡਾ ਫੋਰਨ ਮਿਨਿਸਟਰ ਸੀਗੇ ਉਹ ਮੁਸਲਮਾਨ ਅਜ਼ੀਜ਼ੁਦੀਨ ਸੀਗੇ, ਜਿਹੜੇ ਸਾਡੇ ਇਹ ਇਕਨੋਮਿਕ ਮਿਨਿਸਟਰ ਸੀਗੇ ਉਹ ਹਿੰਦੂ ਸੀਗੇ, ਮੋਹਕਮ ਚੰਦ, ਤੇ ਸਾਡੇ ਜਰਨੈਲ ਵੀ ਹਿੰਦੂ ਸੀਗੇ। ਪਰ ਗੱਲ ਇਹ ਹੈ ਕਿ ਉਹਨਾਂ ਨੂੰ ਜਿਹੜੀ ਪਾਲਿਸੀ ਹੈ ਉਹ ਸਿੱਖ ਰਾਜ ਦੀ ਇੰਪਲੀਮੈਂਟ ਕਰਨੀ ਪੈਂਦੀ ਸੀਗੀ, ਹੈ ਨਾ। ਹੁਣ ਜੇ ਲਦਾਖ ਫਤਿਹ ਕੀਤਾ ਹੈ 1834 ਦੇ ਵਿੱਚ ਲਾਹੌਰ ਦਰਬਾਰ ਨੇ, ਉਹ ਇੱਕ ਡੋਗਰਾ ਜਰਨੈਲ ਸੀਗਾ ਜਿਸ ਨੇ ਕੀਤਾ ਹੈ, ਪਰ ਹੈਗਾ ਤਾਂ ਲਾਹੌਰ ਦਰਬਾਰ ਤੇ ਸਿੱਖ ਅੰਪਾਇਰ ਦੇ ਨੀਚੇ ਸੀਗਾ। ਜਿਹੜਾ ਅੱਜ ਲੋਕੀ ਕਹਿ ਰਹੇ ਆ ਜੀ ਉਹ ਤਾਂ ਡੋਗਰਿਆਂ ਨੇ ਫਤਿਹ ਕੀਤਾ। ਫਿਰ ਮੈਂ ਪੁੱਛਦਾ ਹੈ ਕਿ ਜਿਹੜਾ ਬੰਗਲਾਦੇਸ਼ ਫਤਿਹ ਹੋਇਆ ਉੱਥੇ ਦੋ ਜਰਨੈਲ ਸੀਗੇ, ਇੱਕ ਜਗਜੀਤ ਸਿੰਘ ਅਰੋੜਾ ਸੀਗਾ ਤੇ ਇੱਕ ਜਨਰਲ ਸ਼ਬੇਗ ਸਿੰਘ ਸੀ ਜਿਨ੍ਹਾਂ ਨੇ ਉਹਨੂੰ ਫਤਿਹ ਕਰ ਲਿਆ। ਕਿ ਇਹਦਾ ਮਤਲਬ ਹੈ ਕਿ ਸਿੱਖਾਂ ਨੇ ਬੰਗਲਾਦੇਸ਼ ਫਤਿਹ ਕੀਤਾ ਜੇ ਡੋਗਰਿਆਂ ਨੇ ਲਦਾਖ ਫਤਿਹ ਕੀਤਾ? ਐ ਨਹੀਂ ਨਾ ਹੁੰਦਾ। ਸਾਰੀਆਂ ਚੀਜ਼ਾਂ ਨਹੀਂ ਤੁਹਾਨੂੰ ਮਿਲ ਸਕਦੀਆਂ ਹੈਗੀਆਂ, ਇੱਕ ਚੀਜ਼ ਦੇ ਉੱਤੇ ਰਹਿਣਾ ਪਊਗਾ। ਜਿਹੜੇ ਸਾਡੇ ਹਿੰਦੂ ਹਾਕਮ ਨੇ ਉਹ ਨਹੀਂ ਰਹਿ ਰਹੇ। ਪਰ ਸਰ ਤੁਸੀਂ ਪੰਜਾਬ ਨੂੰ ਵੱਖ ਮੰਗਦੇ ਹੋ, ਖਾਲਿਸਤਾਨ ਮੰਗਦੇ ਹੋ, ਇੱਥੇ ਹੋਰ ਵੀ ਕਮਿਊਨਿਟੀਜ਼ ਰਹਿੰਦੀਆਂ, ਸਿਰਫ ਸਿੱਖ ਨਹੀਂ ਰਹਿੰਦੇ। ਤਾਂ ਜੇ ਫਰਜ਼ ਕਰੋ ਜੇ ਤੁਹਾਡੀ ਇਹ ਮੰਗ ਪੂਰੀ ਹੁੰਦੀ ਹੈ ਤਾਂ ਬਾਕੀ ਕਮਿਊਨਿਟੀਜ਼ ਦਾ ਕੀ ਬਣੂਗਾ? ਸਾਡੀ ਮੈਜੋਰਿਟੀ ਸਿੱਖਾਂ ਦੀ ਹੈ ਤੇ ਸਿੱਖਸ ਨੂੰ ਆਪਣੀ ਨੈਸ਼ਨਲਿਜ਼ਮ ਦੇ ਮੁਤਾਬਕ ਉਹਨਾਂ ਦੀ ਸਟੇਟ ਲਹਿਦਾ ਹੋਣੀ ਚਾਹੀਦੀ ਹੈ। ਮੈਡਮ ਜੀ ਹੁਣ ਤੁਸੀਂ ਦੱਸੋ, ਇੰਡੀਆ ਦੇ ਵਿੱਚ ਕਸ਼ਮੀਰ ਨੂੰ ਉਲਟ ਪੁਲਟ ਕਰਤਾ, ਉੱਥੇ ਸਾਰੇ ਹਿੰਦੂ ਹੈਗੇ ਆ। ਹੁਣ ਜਿਹੜੇ ਇਹ ਸੈਂਟਰ ਦੇ ਸੂਬੇ ਹੈਗੇ ਆ, ਚਿੱਠੀ ਸਿੰਘਪੁਰਾ ਨਹੀਂ, ਛੱਤੀਸਗੜ੍ਹ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਉੱਥੇ ਆਦਿਵਾਸੀ ਹੈਗੇ ਆ, ਉੱਥੇ ਹਿੰਦੂ ਨਹੀਂ ਹੈ। ਅਤੇ ਜਿਹੜਾ ਉੱਪਰਲਾ ਹਿੱਸਾ ਹੈ ਉੱਥੇ ਗੋਰਖੇ ਹੈਗੇ ਆ ਦਾਰਜਲਿੰਗ ਦੇ ਵਿੱਚ, ਅਤੇ ਸਾਰੇ ਪਾਸੇ ਹਿੰਦੂ ਨਹੀਂ ਹੈ। ਜੇ ਹਿੰਦੂ ਦੂਜਿਆਂ ਦੇ ਉੱਤੇ ਅੱਜ ਰਾਜ ਕਰ ਰਿਹਾ ਹੈ ਅਤੇ ਮੇਰਾ ਮਤਲਬ ਅਸੀਂ ਪੰਜਾਬੀਆਂ ਨੂੰ ਇਕੱਠਾ ਕਰਕੇ ਕਿਉਂ ਨਹੀਂ ਕਰ ਸਕਦੇ? ਜੇ ਇਹਨਾਂ ਦੇ ਮਜ਼ਹਬ ਅਲੱਗ ਹੈ ਪਰ ਹੈਗੇ ਤਾਂ ਇਹ ਪੰਜਾਬੀ ਨੇ, ਹੈ ਨਾ। ਫਿਰ ਜੇ ਹਿੰਦੂ ਅੱਜ ਸਾਰਿਆਂ ਦੇ ਉੱਤੇ ਰਾਜ ਕਰ ਰਿਹਾ ਹੈ, ਮੁਸਲਮਾਨਾਂ ਦੇ ਉੱਤੇ ਕਰ ਰਿਹਾ ਹੈ, ਸਿੱਖਾਂ ਦੇ ਉੱਤੇ ਕਰ ਰਿਹਾ ਹੈ, ਉਹ ਜਿਹੜੇ ਵਿਨਾਇਤ ਹੈ ਉਹਨਾਂ ਦੇ ਉੱਤੇ ਕਰ ਰਿਹਾ ਹੈ, ਸਾਰਿਆਂ 'ਤੇ ਕਰ ਰਿਹਾ ਹੈ, ਅਤੇ ਸਿੱਖ ਕਿਉਂ ਨਹੀਂ ਕਰ ਸਕਦੇ ਫਿਰ ਅਸੀਂ?
ਕਿਸਾਨੀ ਸੰਘਰਸ਼ ਬਾਰੇ ਸਰ ਕੀ ਕਹੋਗੇ, ਕਿਉਂਕਿ 8 ਮਹੀਨੇ ਲਗਾਤਾਰ ਹੋ ਗਏ ਨੇ ਇਸ ਚੱਲਦੇ ਨੂੰ ਪ੍ਰੋਟੈਸਟ ਨੂੰ, ਤੇ ਕੱਲ ਵੀ ਪਾਰਲੀਮੈਂਟ ਵੱਲ ਉਹਨਾਂ ਦਾ ਧਾਵਾ ਬੋਲਿਆ ਗਿਆ ਕਿਸਾਨਾਂ ਵੱਲ, ਤਾਂ ਜੰਤਰ ਮੰਤਰ ਤੇ ਹੁਣ ਉਹਨਾਂ ਨੇ ਸੰਸਦ ਲਾਈ ਹੋਈ ਹੈ, ਕਿਸਾਨਾਂ ਨੇ ਕੀ ਕਹਿਣਾ ਚਾਹੁੰਦੇ? ਕਿਸਾਨਾਂ ਨੂੰ ਇਸੇ ਕਰਕੇ ਨਹੀਂ ਇਨਸਾਫ ਮਿਲ ਰਿਹਾ ਕਿਉਂ ਕਰਕੇ ਬਹੁ ਗਿਣਤੀ ਉਹ ਸਿੱਖ ਹੈਗੇ ਆ ਔਰ ਸਿੱਖਾਂ ਦੇ ਖਿਲਾਫ ਇੰਡੀਅਨ ਸਟੇਟ ਚੱਲ ਰਹੀ ਹੈ। ਤੇ ਦੂਸਰੀ ਗੱਲ ਹੈ ਕਿ ਕੌਨਸਟੀਟਿਊਸ਼ਨਲੀ ਜਿਹੜਾ ਐਗਰੀਕਲਚਰ ਹੈ ਉਹ ਸਟੇਟ ਸਬਜੈਕਟ ਹੈ, ਉਹਦੇ ਉੱਤੇ ਸੈਂਟਰ ਕਾਨੂੰਨ ਨਹੀਂ ਬਣਾ ਸਕਦਾ। ਇਹਦੇ ਉੱਤੇ ਸਿਰਫ ਸਟੇਟ ਪੰਜਾਬ ਦੀ ਕਾਨੂੰਨ ਬਣਾ ਸਕਦੀ ਹੈ ਜਾਂ ਹਰਿਆਣੇ ਦੀ ਬਣਾ ਸਕਦੀ ਹੈ। ਇਹ ਸਾਰੀਆਂ ਅਨਕੌਨਸਟੀਟਿਊਸ਼ਨਲ ਚੀਜ਼ਾਂ ਸੈਂਟਰ ਨੇ ਸਟੇਟਾਂ ਦੀਆਂ ਪਾਵਰਾਂ ਖੋਹ ਕੇ ਇਹ ਸਾਰਾ ਕੁਝ ਕੀਤਾ। ਅਤੇ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਆਪਾਂ ਨਹੀਂ ਗੱਲ ਕਰਾਂਗੇ ਕਾਨੂੰਨ ਦੇ ਬਾਰੇ ਸੰਵਿਧਾਨ ਦੇ ਤੌਰ ਦੇ ਉੱਤੇ, ਉਨਾ ਚਿਰ ਆਪਾਂ ਨਹੀਂ ਅੱਗੇ ਜਾ ਸਕਦੇ। ਬੀਜੇਪੀ ਹੁਣ ਸਾਰਾ ਕੁਝ ਚਾਹੁੰਦੀ ਹੈ। ਹੁਣ ਆ ਜਿਹੜੀ ਪੈਗਸਸ ਦੀ ਚੀਜ਼ ਹੈ, ਪੈਗਸਸ ਦੀ ਜਿਹੜੀ ਖੁਫੀਆ ਜਾਂਚ ਹੈ, ਜਿਹੜੇ ਹਿੰਦੂ ਹੈ ਉਹ ਤਾਂ ਇੰਡੀਆ ਨੂੰ ਤੋੜਨਾ ਨਹੀਂ ਚਾਹੁੰਦੇ, ਪਰ ਉਹਨਾਂ ਦੀ ਵੀ ਖੁਫੀਆ ਜਾਂਚ ਹੋ ਰਹੀ ਹੈ। ਇਹਦਾ ਮਤਲਬ ਹੈ ਕਿ ਮੋਦੀ, ਬੀਜੇਪੀ ਅਤੇ RSS ਇੱਕ ਡਿਕਟੇਟੋਰੀਅਲ ਸਟੇਟ ਜਿਵੇਂ ਹਿਟਲਰ ਨੇ ਪੈਦਾ ਕੀਤੀ ਸੀ, ਸਟੈਲਿਨ ਨੇ ਸੋਵੀਅਤ ਯੂਨੀਅਨ ਕੀਤਾ ਸੀ, ਇਸ ਤਰ੍ਹਾਂ ਇੰਡੀਆ ਜਾ ਰਿਹਾ ਹੈ ਟੂਵਰਡਸ ਡਿਕਟੇਟਰਸ਼ਿਪ। ਅਤੇ ਜਿਹੜੇ ਇਹ ਵੋਟ ਵੀ ਪੈ ਰਹੇ ਹੈ, ਜਿਹੜੇ ਆ ਮਸ਼ੀਨਾਂ ਦੇ ਰਾਹੀਂ ਇਲੈਕਟ੍ਰੋਨਿਕ, ਇਹ ਵੀ ਮੈਨੀਪੂਲੇਟ ਸੈਂਟਰ ਦੀ ਸਟੇਟ ਕਰਦੀ ਹੈ। ਅਤੇ ਇਹਦੇ ਵਿੱਚ ਸਿੱਖਾਂ ਦਾ ਕੋਈ ਹੱਥ ਨਹੀਂ ਹੈ, ਨਾ ਸਾਡਾ ਇਲੈਕਸ਼ਨ ਕਮਿਸ਼ਨ 'ਚ ਹੈ, ਨਾ ਸਾਡਾ ਸੁਪਰੀਮ ਕੋਰਟ 'ਚ ਹੈ। ਹੁਣੇ ਮੋਦੀ ਸਾਹਿਬ ਨੇ ਨਵੀਂ ਕੈਬਨਿਟ ਪੈਦਾ ਕੀਤੀ ਹੈ, ਪਰ ਉਹਨਾਂ ਦੇ ਵਿੱਚ ਇੱਕ ਵੀ ਸਿੱਖ ਕੈਬਨਿਟ ਦੇ ਵਿੱਚ ਨਹੀਂ ਹੈਗਾ। ਸੋ ਮੇਰਾ ਮਤਲਬ ਹੈ ਸਾਨੂੰ ਬਿਲਕੁਲ ਇੱਧਰ ਉੱਧਰ ਕੀਤਾ ਗਿਆ ਅਤੇ ਵੀ ਡੂ ਨੋਟ ਵਾਂਟ ਟੂ ਸਟੈਂਡ ਬਾਏ ਇਟ। ਕਿੱਦਾਂ ਦੇਖਦੇ ਹੋ ਕੀ ਅਸਰ ਇਹਨਾਂ ਦਾ ਹੋਏਗਾ 2022 ਦੀਆਂ ਜਿਹੜੀਆਂ ਇਲੈਕਸ਼ਨਸ ਆਉਣ ਵਾਲੀਆਂ? ਇਹਦੇ 'ਤੇ ਕਿਸਾਨੀ ਦੇ ਮੋਰਚੇ ਦਾ ਤਾਂ ਫਰਕ ਪਊਗਾ ਹੀ। ਅਤੇ ਜੋ ਕੁਛ ਬਰਗਾੜੀ 'ਚ ਹੋਇਆ, ਧਰਮ ਦੇ ਉੱਤੇ ਹੋਇਆ, ਇਹਦਾ ਵੀ ਬਹੁਤ ਫਰਕ ਪੈਣਾ ਹੈਗਾ। ਸਾਰੀਆਂ ਚੀਜ਼ਾਂ ਦਾ ਕਿ ਜਿਹੜੇ ਲੋਕ ਸੜਕਾਂ 'ਤੇ ਉਤਰ ਆਏ ਹੈ, ਸਾਡੇ ਟੀਚਰਸ ਆ ਗਏ ਹੈ, ਸਾਡੇ ਹੋਰ ਜਿਹੜੇ ਵਰਕਰਸ ਨੇ, ਡਾਕਟਰ ਆ ਗਏ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੋਚ ਕੇ ਆਪਾਂ ਵੋਟ ਨਹੀਂ ਪਾਉਂਦੇ, ਇਸ ਕਰਕੇ ਹੁੰਦੀਆਂ। ਅਤੇ ਅੰਗਰੇਜ਼ੀ ਦੀ ਕਹਾਵਤ ਹੈ ਕਿ ਪੀਪਲ ਆਰ ਰਿਸਪੋਂਸੀਬਲ ਫॉर द ਗਵਰਨਮੈਂਟ ਦੇ ਗੈਟ, ਕਿਉਂ ਕਰਕੇ ਵੋਟ ਤਾਂ ਪੀਪਲ ਪਾਉਂਦੇ ਹੈ ਅਤੇ ਫਿਰ ਜ਼ਿੰਮੇਵਾਰੀ ਤਾਂ ਲੋਕਾਂ ਦੀ ਹੈ। ਅਤੇ ਵੋਟਾਂ ਤੋਂ ਬਾਅਦ ਹੀ ਸਟਰੀਟਸ ਦੇ ਉੱਤੇ ਆ ਜਾਣਾ, ਇਹਦਾ ਮਤਲਬ ਹੈ ਕਿ ਅਸੀਂ ਵੋਟ ਸੋਚ ਕੇ ਨਹੀਂ ਪਾਉਂਦੇ ਹੈਗੇ। ਕੀ ਲੱਗਦਾ ਤੁਹਾਨੂੰ ਕਿ ਕਿਸਾਨਾਂ ਨੂੰ ਇਸ ਵਾਰ ਇਲੈਕਸ਼ਨ ਲੜਨੀ ਚਾਹੀਦੀ ਹੈ? ਇਹ ਉਹਨਾਂ ਦਾ ਫੈਸਲਾ ਹੋਊਗਾ ਜੀ, ਮੈਂ ਤਾਂ ਉਹਨਾਂ ਨੂੰ ਨਹੀਂ, ਯੋਰ ਵਿਊ ਪੁਆਇੰਟ? ਕਿਉਂ ਕਰਕੇ ਇਹ ਅਸੀਂ ਵੀ ਕਿਸਾਨ ਹੈਗੇ ਹੈ ਅਤੇ ਸਾਡੀ ਪਾਰਟੀ ਦੇ ਵਿੱਚ ਉਹ ਸਾਰੇ ਹੈਗੇ ਹੈ ਅਤੇ ਉਹਨਾਂ ਨੂੰ ਪੂਰੀ ਨੁਮਾਇੰਦਗੀ ਮਿਲਦੀ ਹੈ। ਅਤੇ ਜੇ ਸਾਨੂੰ ਸ਼ਾਮਲ ਕਰ ਲੈਣ, ਅਸੀਂ ਉਹਨਾਂ ਦਾ ਕੇਸ ਅੱਗੇ ਜ਼ਿਆਦਾ ਅੱਛੀ ਤਰ੍ਹਾਂ ਸੈਂਟਰ 'ਤੇ ਦੁਨੀਆ ਦੇ ਵਿੱਚ ਰੱਖ ਸਕਦੇ ਹੈਗੇ ਆ। ਸੋ ਇਹ ਸਨ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ, ਜਿਨ੍ਹਾਂ ਨੇ ਸੁਰਖਾਬ ਟੀਵੀ ਦੇ ਨਾਲ ਬਹੁਤ ਹੀ ਗੰਭੀਰ ਮਸਲਿਆਂ ਦੇ ਉੱਪਰ ਪੰਜਾਬ ਦੇ ਕਿਸਾਨੀ ਔਰ ਬਰਗਾੜੀ ਜੋ ਕਾਂਡ ਸੀਗਾ ਉਹਦੇ ਉੱਪਰ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹਨ। ਬਠਿੰਡਾ ਤੋਂ ਸੁਨੀਲ ਮਹਿਰਾ ਦੇ ਨਾਲ ਆਕਾਂਸ਼ਾ ਸਕਸੈਨਾ, ਸੁਰਖਾਬ ਟੀਵੀ।